और उस बंदे ने अपने MLA दियां वोट बैंक की खातर ये जड़ा बहुत बड़ा स्टैप चुक्या। पर सर ये नोटिफिकेशन किन्ना दे वल्लों जारी किया गया? अकाली दल वालों ये नोटिफिकेशन जारी किया गया। मानयोग मुख मंत्री सर प्रकाश सिंह जी बादल ने किया, क्योंकि हर सीट के उत्ते 15-20 हज़ार वोट जी है वो राजपूत भाईचारे की है। असीं बिल्कुल विरोध करांगे। पर तुसीं उन्हां नूं कारण नहीं पूछिया भी तुहाडे MLA दे वल्लों ये नोटिफिकेशन जारी किया गया सी, इहदे पिछे की कारण सी? क्योंकि बहुत लंबा समा बीत चुका है, अजे तक तो इस नोटिफिकेशन रद्द कर देना चाहिए सी। जो नोटिफिकेशन जारी होंदा है तो उस तो बाद तुहाडी शरणजीत सिंह ढिल्लों होरां नाल कोई गलबात हुंदी है इस मुद्दे नूं लैके? क्योंकि असीं उन्हां नाल गल क्यों करिए, क्योंकि असीं उन्हां नाल गल तां की करिए ना भी जे सानूं ये महसूस हुंदा होवे भी इन्हां ने साडा कहना मान लेना तां शरणजीत ढिल्लों अज कित्थे खड़ा, कोआर्डीनेटर तो ला देना, उहदी बड़ी इंसल्ट है इस गल दी। पर मेरा सवाल ये है कि प्रगट सिंह कहते भी जो मैं लोगों नाल गल कहना मैं वो चीज़ पूरी करदा, तुसीं उन्हां नाल मुलाकात की तो तुहाडा मसला क्यों नहीं हल होया? जेकर तुसीं प्रोटेस्ट करोगे मौजूदा SGPC मैंबर हो तो हो नहीं सकता कि किते ना किते तुहाडे ते कोई गाज दिख सकती है। लेकिन जो सिख लफ्ज़ जिले विच आउंदा राजपूत भाईचारे दे ते फिर असीं ये समझिया भी हिंदू सिख राजपूत भाईचारे दे विच इहदी पाड़ा पाउण दी कोशिश की। 2016 ਦੇ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਸਿੱਖ ਰਾਜਪੂਤ ਭਾਈਚਾਰੇ ਨੂੰ ਪਛੜੀਆਂ ਸ਼੍ਰੇਣੀਆਂ ਦੇ ਵਿੱਚ ਸ਼ਾਮਿਲ ਕਰ ਦਿੱਤਾ ਜਾਂਦਾ ਹੈ। ਜਿਵੇਂ ਇਹ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ ਉਸ ਤੋਂ ਬਾਅਦ ਜੱਦੋ-ਜਹਿਦ ਸ਼ੁਰੂ ਹੋ ਜਾਂਦੀ ਹੈ ਕਿ ਇਸ ਨੋਟੀਫਿਕੇਸ਼ਨ ਨੂੰ ਰੱਦ ਕਰਵਾਇਆ ਜਾਏ, ਪਰ ਨਾ ਤਾਂ ਅਕਾਲੀ ਸਰਕਾਰ ਦੇ ਵੱਲੋਂ ਇਹਨਾਂ ਦੀ ਸਾਰ ਲਈ ਜਾਂਦੀ ਹੈ ਤੇ ਨਾ ਹੀ ਹੁਣ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵੱਲੋਂ ਇਸ ਮਸਲੇ ਨੂੰ ਹੱਲ ਕਰਨ ਦੇ ਲਈ ਕੋਈ ਕਦਮ ਚੁੱਕੇ ਜਾਂਦੇ ਨੇ। ਜਿਸ ਤੋਂ ਬਾਅਦ ਅੱਜ जो है दुआबा जो संगठन है उन्होंने वालों राजपूत सभा पंजाब के वालों इत्थे चंडीगढ़ प्रैस क्लब के प्रैस कॉन्फ्रेंस की जाती है जिस दे विच उन्होंने वालों गंभीर इल्जाम लगाए जाते हैं। तो साडे नाल आगू मौजूद ने ते नाल ही SGPC मैंबर रविंदर सिंह खालसा जुड़े ने। जानते हैं कि सारा मसला किवें इन्ना ज़्यादा संगीन बन गया कि अजे तक भी लगभग आप कह सकते हैं कि 6 साल का समा बीत चुके हैं पर यह मसला हल क्यों नहीं हो रहा? तो सर की नाम है तुहाडा? सुखजीत सिंह परमार जी, सीनियर वाइस प्रधान विश्व दुआबा राजपूत सभा पंजाब। जी सर, 2016 ਦੇ ਵਿੱਚ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ, ਉਸ ਸਮੇਂ ਅਕਾਲੀ ਦਲ ਦੀ ਸਰਕਾਰ ਹੁੰਦੀ ਹੈ, 4.5 ਸਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਵੀ ਹੋ ਗਏ, ਪਰ ਤੁਹਾਡਾ ਮਸਲਾ ਕਿਉਂ ਨਹੀਂ ਹੱਲ ਹੋਇਆ? 2016 ਦੇ ਵਿੱਚ ਸਾਡਾ ਇਹ ਨੋਟੀਫਿਕੇਸ਼ਨ ਇਹਨਾਂ ਨੇ ਸਾਡੇ ਖਿਲਾਫ ਕੀਤਾ ਜੀ। ਉਦੋਂ ਅਸੀਂ ਬਹੁਤ ਜ਼ਿਆਦਾ ਵਿਰੋਧ ਕੀਤਾ। ਤੁਹਾਨੂੰ ਇਸ ਗੱਲ ਦਾ ਪਤਾ ਹੀ ਹੈ ਵੀ ਜਿੰਨਾ ਮਰਜ਼ੀ ਵਿਰੋਧ ਕਰੋ, ਜਦੋਂ ਇੱਕ ਬੰਦੇ ਦੀ ਮਫਾਦ ਦੀ ਖਾਤਰ ਸਾਰਿਆਂ ਨੂੰ ਉਹਦਾ ਸਾਹਮਣਾ ਕਰਨਾ ਪੈਂਦਾ, ਉਹਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ। ਔਰ ਇੱਕ MLA ਜਿਹੜਾ ਕਿ ਮੰਤਰੀ ਵੀ ਰਿਹਾ ਜੀ, ਔਰ ਉਸ ਬੰਦੇ ਨੇ ਆਪਣੇ MLA ਦੀਆਂ ਵੋਟ ਬੈਂਕ ਦੀ ਖਾਤਰ ਇਹ ਜਿਹੜਾ ਬਹੁਤ ਵੱਡਾ ਸਟੈਪ ਚੱਕਿਆ, ਜਦ ਕਿ ਉਹਨਾਂ ਦੇ ਵਿੱਚ ਉਹਨਾਂ ਦੀ ਸਿਆਸਤ ਦੇ ਵਿੱਚ ਉਹਨਾਂ ਦੇ ਅਕਾਲੀ ਦਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹਿੰਦੇ ਹੋਏ ਸਾਡੇ ਖਾਨਦਾਨ ਜਿਹੜਾ ਸਾਡਾ ਰਾਜਪੂਤ ਭਾਈਚਾਰਾ ਆ ਉਹਨਾਂ ਨੂੰ ਵੀ ਉਹਨਾਂ ਨੂੰ ਇਹਦੇ 'ਚ ਨਹੀਂ ਲਿਆ ਗਿਆ। ਉਹਨਾਂ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ ਵੀ ਰਾਜਪੂਤ ਵਿਸ਼ਵ ਦੁਆਬਾ ਰਾਜਪੂਤ ਸਭਾ ਦੇ ਨਾਲ ਜੋ ਧੱਕਾ ਹੋਣ ਜਾ ਰਿਹਾ ਕੀ ਤੁਸੀਂ ਇਹਨਾਂ ਸਹਿਮਤ ਹੋ? ਉਹਨਾਂ ਨੇ ਵੀ ਨਹੀਂ, ਉਹਨਾਂ ਦੀ ਰਾਏ ਵੀ ਨਹੀਂ ਲਈ ਗਈ। ਉਹ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਲੈ ਕੇ 2016 ਤੋਂ ਸਾਡੇ ਨਾਲ ਖੜੇ ਆ ਔਰ ਅੱਜ ਵੀ ਖੜੇ ਆ, ਜਿਨ੍ਹਾਂ 'ਚ ਰਵਿੰਦਰ ਸਿੰਘ ਜੀ ਖਾਲਸਾ, ਸਰ ਰਣਜੀਤ ਸਿੰਘ ਜੀ ਖੰਨਾ, ਇਹ ਸਾਰੇ ਆਨਰੇਬਲ ਜਿੰਨੇ ਵੀ ਸਮੁੱਚੀ ਸਾਡੀ ਰਾਜਪੂਤ ਭਾਈਚਾਰਾ ਅਸੀਂ ਇਹ ਪੁਰਜ਼ੋਰ ਵਿਰੋਧ ਕੀਤਾ ਔਰ ਪਾਰਟੀ ਪੱਧਰ ਤੋਂ ਉੱਚਾ ਉੱਠ ਕੇ ਕੀਤਾ। ਸਾਡੇ 'ਚ ਕੋਈ ਪਾਰਟੀ ਦਾ ਭਿੰਨ ਭੇਖ ਨਹੀਂ, ਅਸੀਂ ਸਾਰੇ ਇਕੱਠੇ ਆ, ਸਾਡਾ ਕੋਈ ਕਿਸੇ ਨਾਲ ਕੋਈ ਮਤਲਬ ਨਹੀਂ। ਪਰ ਸਰ ਇਹ ਨੋਟੀਫਿਕੇਸ਼ਨ ਕਿਹਨਾਂ ਦੇ ਵੱਲੋਂ ਜਾਰੀ ਕੀਤਾ ਗਿਆ? ਅਕਾਲੀ ਦਲ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਮਾਨਯੋਗ ਮੁੱਖ ਮੰਤਰੀ ਸਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਕੀਤਾ ਔਰ ਉਹਨਾਂ ਦਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਸ਼ਰਨਜੀਤ ਸਿੰਘ ਢਿੱਲੋਂ ਇੱਕ ਬਹੁਤ ਵੱਡਾ ਇੱਕ ਕੋਝੀ ਸਾਜ਼ਿਸ਼ ਰਚੀ ਗਈ। ਸ਼ਰਨਜੀਤ ਸਿੰਘ ਢਿੱਲੋਂ ਜਿਹੜੇ ਸੀਗੇ ਉਹਨਾਂ ਨੂੰ ਹੁਣ ਵੀ ਉਹਨਾਂ ਨੇ ਜਦੋਂ ਨੋਟੀਫਿਕੇਸ਼ਨ ਜਾਰੀ ਕਰਾਇਆ, ਜੋ ਨੋਟੀਫਿਕੇਸ਼ਨ ਹੋਇਆ ਉਦੋਂ ਵੀ ਸ਼ਰਨਜੀਤ ਢਿੱਲੋਂ ਜੀ ਸੀ। ਜਦੋਂ ਹੁਣੇ ਥੋੜ੍ਹੀ ਦੇਰ ਦੀ ਗੱਲ ਆ, ਮੇਰੇ ਖਿਆਲ 2 ਮਹੀਨੇ ਵੀ ਨਹੀਂ ਹੋਏ ਹੋਣੇ, ਜਿਹਦੇ ਵਿੱਚ ਸਰ ਸ਼ਰਨਜੀਤ ਢਿੱਲੋਂ ਉਹਨਾਂ ਨੂੰ ਕੋਆਰਡੀਨੇਟਰ ਪੰਜਾਬ ਲਾਇਆ ਗਿਆ ਅਕਾਲੀ ਦਲ ਦਾ, ਰਾਜਪੂਤ ਦਾ। ਅਸੀਂ ਉਹਦਾ ਵਿਰੋਧ ਕੀਤਾ ਵੀ ਇਹ ਰਾਜਪੂਤ ਨਹੀਂ, ਜੇ ਲਾਉਣਾ ਤਾਂ ਕਿਸੇ ਰਾਜਪੂਤ ਨੂੰ ਲਾ ਦਿਓ, ਸਾਨੂੰ ਕੋਈ objection ਨਹੀਂ। ਸਾਡਾ ਭਾਈਚਾਰਾ ਰਾਜਪੂਤ ਭਾਈਚਾਰੇ 'ਚ ਪਾਰਟੀ ਪੱਧਰ 'ਤੇ ਬਥੇਰੇ ਕੰਮ ਹੁੰਦੇ ਆ, ਕੋਈ ਭਰਾ ਅਕਾਲੀ ਦਲ 'ਚ ਆ, ਕੋਈ ਕਾਂਗਰਸ 'ਚ ਆ, ਕੋਈ ਆਪ 'ਚ ਆ, ਕਿਸੇ ਪਾਰਟੀ 'ਚ ਵੀ ਹੋ ਸਕਦਾ।
ਪਰ ਜੇ ਦੇਣੇ ਆ ਤਾਂ ਅਕਾਲੀ ਦਲ ਨੂੰ ਇਹ ਸੋਚਣਾ ਪਏਗਾ ਵੀ ਰਾਜਪੂਤ ਬਰਾਦਰੀ ਦੇ ਵਿੱਚੋਂ ਕੋਈ ਬੰਦਾ ਨੋਮੀਨੇਟ ਕਰੋ। ਔਰ ਉਹਨਾਂ ਨੇ ਮੇਰੇ ਖਿਆਲ 'ਚ ਉੱਥੇ ਦੀ ਸਾਡੀ ਭਾਈ ਰਵਿੰਦਰ ਸਿੰਘ ਹੋਣੀ, ਭਾਈ ਰਣਜੀਤ ਸਿੰਘ ਖੰਨਾ ਜੀ ਨੇ ਸਾਰਿਆਂ ਨੇ ਵਿਰੋਧ ਕੀਤਾ ਵੀ ਜਿਹੜਾ ਇਹ ਕੋਆਰਡੀਨੇਟਰ ਹੈ ਵਾਕਿਆ ਹੀ ਗਲਤ ਗੱਲ ਕੀਤੀ ਤੁਸੀਂ। ਕੋਆਰਡੀਨੇਟਰ ਸ਼ਰਨਜੀਤ ਢਿੱਲੋਂ ਨਹੀਂ ਬਣਦਾ। ਇਹ ਸਾਡੇ ਭਾਈ ਆਪਣੇ ਰਵਿੰਦਰ ਸੋਹਣੀ ਹੈਗੇ ਆ, ਇਹਨਾਂ ਨੂੰ ਕੋਆਰਡੀਨੇਟਰ ਲਾ ਦਿਓ। ਇਹ ਵੀ ਰਾਜਪੂਤ ਹੈਗੇ ਆ। ਰਣਜੀਤ ਸਿੰਘ ਖੰਨੇ ਨੂੰ ਲਾ ਦਿਓ, ਤੁਹਾਡੇ 'ਚ ਹੈ ਨਹੀਂ ਰਾਜਪੂਤ, ਤੁਸੀਂ ਰਾਜਪੂਤ। ਉਹਨਾਂ ਨੂੰ ਇਹਨਾਂ ਦਾ ਵਿਰੋਧ, ਸਾਡਾ ਵਿਰੋਧ ਦੇਖ ਕੇ ਉਹਨਾਂ ਨੇ ਕਿਹਾ, ਸਮੁੱਚੇ ਭਾਈਚਾਰੇ ਦਾ ਵਿਰੋਧ ਦੇਖ ਕੇ ਉਹਨਾਂ ਨੂੰ ਕੋਆਰਡੀਨੇਟਰ ਤੋਂ ਲਾਤਾ ਗਿਆ। ਇਹਦਾ ਮਤਲਬ ਜਿਨ ਕੋਆਰਡੀਨੇਟਰ ਸਾਨੂੰ ਜਿਸ ਬੰਦੇ ਨੇ BC ਕੋਟੇ 'ਚ ਪਾਇਆ ਸੀ, ਉਸ ਬੰਦੇ ਦੀ ਗਲਤੀ ਨੂੰ ਜੇ ਅਕਾਲੀ ਦਲ ਵੀ ਅਹਿਸਾਸ ਕਰਦਾ ਇਸ ਗੱਲ ਨੂੰ। ਹੁਣ ਭਾਈ ਰਵਿੰਦਰ ਸੋਹਣੀ ਬੜੀ ਵਧੀਆ ਢੰਗ ਨਾਲ ਇਹ ਗੱਲ ਕੀਤੀ ਆ ਵੀ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ, ਠੀਕ ਆ, ਉਹ ਆਪਣੀ ਗੱਲ ਠੀਕ ਕਰ ਰਹੇ ਆ। ਉਹਦਾ ਜੇ ਹੁਣ ਅਕਾਲੀ ਦਲ ਨੇ ਵਾਅਦਾ ਕੀਤਾ ਵੀ ਸਾਨੂੰ ਜੇ ਆਉਣ ਵਾਲੇ ਸਮੇਂ 'ਚ ਹੁਣ ਕਾਂਗਰਸੀ ਸਰਕਾਰ ਆ, ਉਹ ਕੁਝ ਨਹੀਂ ਕਰ ਸਕਦੇ, ਪਰ ਮੈਂ ਇਹਨਾਂ ਨੂੰ ਬੇਨਤੀ ਇੱਕ ਜ਼ਰੂਰ ਕਰੂੰਗਾ ਸੁਖਬੀਰ ਸਿੰਘ ਬਾਦਲ ਜੀ ਨੂੰ ਵੀ ਜਿੰਨੇ ਤੁਹਾਡੇ MLA ਆ, ਕਮ ਸੇ ਕਮ ਜਦੋਂ ਇਹ ਨੋਟੀਫਿਕੇਸ਼ਨ ਰੱਦ ਹੋਣ ਲਈ ਵਿਧਾਨ ਸਭਾ ਜਾਊਗਾ, ਤੁਸੀਂ ਉਹਦਾ ਡਟ ਕੇ ਵਿਰੋਧ ਕਰੋ, ਸਾਡੇ ਨਾਲ ਖੜੋ ਇਸ ਗੱਲ ਲਈ ਵੀ ਨਹੀਂ, ਇਹ ਸਾਤੇ ਕੋਲੋਂ ਜੇ ਗਲਤੀ ਹੋਈ ਆ ਤਾਂ ਇਹ ਤੁਸੀਂ ਗਲਤੀ ਨਾ ਕਰਿਓ। ਆਉਣ ਵਾਲੇ ਸਮੇਂ ਦੇ ਵਿੱਚ ਬੜੇ ਅੱਛੇ ਢੰਗ, ਪਰ ਅਸੀਂ ਵਾਅਦਾ ਕਰਦੇ ਹਾਂ ਇਸ ਗੱਲ ਦਾ ਵੀ 2022 ਅਸੀਂ ਉਹ ਵੇਟ ਨਹੀਂ ਕਰਨੀ। ਅਸੀਂ ਉਹ ਤੋਂ ਪਹਿਲਾਂ ਦਾ ਵਿਰੋਧ ਕਰਾਂਗੇ, ਔਰ ਵਿਰੋਧ ਕਰਕੇ ਅਗਰ ਕਾਂਗਰਸ ਸਰਕਾਰ ਨੇ ਵੀ ਸਾਡੇ ਨਾਲ ਇੱਦਾਂ ਕੀਤਾ, ਅਸੀਂ ਬੜੇ ਆਨਰੇਬਲ ਸਾਡੇ ਚੀਫ ਮਿਨਿਸਟਰ ਸਾਹਿਬ ਨੂੰ ਬੜੇ ਸਾਨੂੰ ਭਰੋਸਾ ਦਵਾਇਆ ਉਹਨਾਂ ਸਾਰਿਆਂ ਨੇ ਵੀ ਜੇ ਉਹ ਸਾਡੇ ਨਾਲ ਸਾਡਾ ਡੀਨੋਟੀਫਾਈ ਕਰਨਗੇ ਤਾਂ ਅਸੀਂ ਉਹਨਾਂ 2022 ਦੀ ਇਲੈਕਸ਼ਨ ਦੇ ਵਿੱਚ ਸਾਡਾ ਸਮੁੱਚਾ ਭਾਈਚਾਰਾ ਇਹਨਾਂ ਨਾਲ ਡਟ ਕੇ ਖੜੂਗਾ ਔਰ ਇਹਨਾਂ ਨੂੰ ਜੋ ਸਪੋਰਟ ਸਾਡੀ ਬਣਦੀ ਹੋਈ ਜ਼ਰੂਰ ਦੇਵਾਂਗੇ। ਬਿਲਕੁਲ, ਸਾਡੇ ਨਾਲ ਗੱਲਬਾਤ ਕਰਨ ਦੇ ਲਈ SGPC ਮੈਂਬਰ ਰਵਿੰਦਰ ਸਿੰਘ ਖਾਲਸਾ ਵੀ ਜੁੜੇ ਨੇ। ਤਾਂ ਸਰ, ਕਿਸ ਤਰ੍ਹਾਂ ਵੇਖਦੇ ਹੋ ਵੀ ਤੁਹਾਡੀ ਸਰਕਾਰ ਦੇ ਸੀ ਅਕਾਲੀ ਦਲ ਦੀ ਜਦੋਂ ਇਹ ਨੋਟੀਫਿਕੇਸ਼ਨ ਜਾਰੀ ਹੁੰਦਾ ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਤੇ ਕੋਈ ਕਾਰਵਾਈ ਨਹੀਂ ਹੋਈ, ਤਾਂ ਕਿਸ ਤਰ੍ਹਾਂ ਵੇਖਦੇ ਹੋ ਕਿ ਹੁਣ ਕਾਰਵਾਈ ਹੋ ਜਾਏਗੀ, ਇਹ ਜੋ ਨੋਟੀਫਿਕੇਸ਼ਨ ਹੈ ਰੱਦ ਹੋ ਜਾਵੇਗਾ? ਕਿਉਂਕਿ 2016 ਦੇ ਵਿੱਚ ਇਹ ਨੋਟੀਫਿਕੇਸ਼ਨ ਜਿਹੜਾ ਹੋਇਆ BC ਕੈਟਾਗਰੀ ਦੇ ਵਿੱਚ ਰਾਜਪੂਤ ਬਰਾਦਰੀ ਨੂੰ ਲੈ ਕੇ ਜਾਣ ਦਾ, ਪਰ ਅਸੀਂ ਉਸ ਸਮੇਂ ਤੋਂ ਹੀ ਇਸ ਗੱਲ ਦਾ ਵਿਰੋਧ ਕਰਦੇ ਆ ਰਹੇ ਹਾਂ ਕਿ ਸਾਡੀ ਜਿਹੜੀ ਬਰਾਦਰੀ ਹੈ ਉਹ ਇੱਕ ਮਾਰਸ਼ਲ ਕੌਮ ਹੈ। ਮਾਨਯੋਗ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਹੋਰਾਂ ਨੂੰ ਵੀ ਅਸੀਂ ਇਹ ਗੱਲ ਦੱਸਣਾ ਕਰਨਾ ਕੀਤੀ ਕਿ ਬਾਬਾ ਬੰਦਾ ਸਿੰਘ ਬਹਾਦਰ ਉਹ ਵੀ ਸਾਡੇ 'ਚੋਂ ਹੋਏ, ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਜਿਨ੍ਹਾਂ ਨੇ ਬੰਦ ਕਟਵਾ ਲਿਆ ਉਹ ਵੀ ਸਾਡੇ 'ਚੋਂ ਹੋਏ, ਤੇ ਭਾਈ ਸਾਹਿਬ ਭਾਈ ਵਿਚਿੱਤਰ ਸਿੰਘ ਜੀ ਜਿਨ੍ਹਾਂ ਨੇ ਹਾਥੀਆਂ ਨਾਲ ਮੁਕਾਬਲਾ ਕਰ ਲਿਆ ਉਹ ਵੀ ਸਾਡੇ ਵਿੱਚੋਂ ਹੋਏ, ਬਾਬਾ ਨਿਧਾਨ ਸਿੰਘ ਜੀ ਜਿਹੜੇ ਕਿ ਹਜੂਰ ਸਾਹਿਬ ਵਿਖੇ ਮਹਾਨ ਮਹਾਂਪੁਰਖ ਉਹ ਵੀ ਸਾਡੇ ਵਿੱਚੋਂ ਹੋਏ, ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ਜੀ ਅਜਨੋਹਾ ਸਾਹਿਬ ਜਿਹੜੇ ਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਰਹੇ ਨੇ ਉਹ ਵੀ ਸਾਡੇ 'ਚੋਂ ਹੋਏ। ਭਾਵ ਕਿ ਬਹੁਤ ਵੱਡੀ ਸਾਡੀ ਕਤਾਰ ਹੈ ਕਿ ਅਸੀਂ ਇਸ ਕੌਮ ਦੇ ਵਾਰਸ ਹਾਂ ਤੇ ਸਾਨੂੰ ਬਿਨਾਂ ਪੁੱਛੇ ਬਿਨਾਂ ਸਾਡੀ ਰਾਏ ਲਏ ਸਾਨੂੰ ਉਹਨਾਂ ਨੇ 2016 ਦੇ ਵਿੱਚ ਜਿਹੜਾ ਪਾਇਆ, ਅਸੀਂ ਉਹਦੀ ਜਿੱਥੇ ਨਿੰਦਾ ਕਰਦੇ ਆ ਰਹੇ ਹਾਂ ਉਸ ਸਮੇਂ ਤੋਂ ਹੀ, ਤੇ ਹੁਣ ਵੀ ਅਸੀਂ ਮਾਨਯੋਗ ਜੋ ਸਮੇਂ ਦੇ ਸਰਕਾਰ ਹੈ ਉਹਨਾਂ ਦੇ MLA ਸਾਹਿਬਾਨ, ਗਵਰਨਰ ਸਾਹਿਬਾਨ, DC ਸਾਹਿਬਾਨ ਸਾਰਿਆਂ ਨੂੰ ਮੰਗ ਪੱਤਰ ਦਿੱਤੇ ਨੇ ਕਿ ਸਾਨੂੰ ਇਹ ਜਿਹੜਾ ਡੀਨੋਟੀਫਾਈ ਕੀਤਾ ਜਾਵੇ, ਤੇ ਇਸ ਤਰ੍ਹਾਂ ਜੇਕਰ ਨਹੀਂ ਕਰਨਗੇ ਤੇ ਅਸੀਂ ਅਗਲਾ ਐਕਸ਼ਨ ਪ੍ਰੋਗਰਾਮ ਜਿਹੜਾ ਹੈ ਜੋ ਰਲ ਮਿਲ ਕੇ ਸਾਰੇ, ਕਿਉਂਕਿ ਸਾਡੇ ਵਿੱਚ ਕਾਂਗਰਸ ਵੀ, ਅਕਾਲੀ ਵੀ, ਆਪ ਵਾਲੇ ਵੀ, ਹੋਰ ਪਾਰਟੀਆਂ ਵਾਲੇ ਵੀ ਸਾਰੇ ਸੱਜਣ ਇੱਕ ਆ। ਸਾਨੂੰ ਬਰਾਦਰੀ ਪਹਿਲਾਂ ਹੈ ਤੇ ਬਾਅਦ ਦੇ ਵਿੱਚ ਸਾਨੂੰ ਜਿਹੜੀਆਂ ਪਾਰਟੀਆਂ ਨੇ, ਇਸ ਕਰਕੇ ਅਸੀਂ ਸਾਰੇ ਰਲ ਕੇ ਇਕਜੁੱਟ ਹੋ ਕੇ ਵਿਸ਼ਵ ਦੁਆਬਾ ਰਾਜਪੂਤ ਸਭਾ ਦੇ ਅੰਡਰ ਚੱਲ ਰਹੇ ਹਾਂ। ਮੈਨੂੰ ਮਾਲਵਾ ਜ਼ੋਨ ਦਾ ਇੰਚਾਰਜ ਲਾਇਆ ਹੋਇਆ, 69 ਸੀਟਾਂ ਦੇ ਉੱਤੇ ਕਰੀਬ ਮੇਰੀ ਜ਼ਿੰਮੇਵਾਰੀ ਬਣ ਜਾਣੀ ਹੈ, ਤੇ ਅਸੀਂ ਕਿਉਂਕਿ ਹਰ ਸੀਟ ਦੇ ਉੱਤੇ 15-20 ਹਜ਼ਾਰ ਵੋਟ ਜਿਹੜੀ ਹੈ ਉਹ ਰਾਜਪੂਤ ਭਾਈਚਾਰੇ ਦੀ ਹੈ, ਅਸੀਂ ਬਿਲਕੁਲ ਵਿਰੋਧ ਕਰਾਂਗੇ। ਜੇਕਰ ਮਾਨਯੋਗ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਜਿਸ ਤਰ੍ਹਾਂ ਸਾਨੂੰ ਵਿਸ਼ਵਾਸ ਦਵਾਇਆ, ਅਸੀਂ ਫਿਰ ਇੱਕ ਵਫਦ ਜਿਹੜਾ ਜਲਦੀ, ਮੈਂ ਕੱਲ੍ਹ ਹੀ ਮਾਨਯੋਗ ਪ੍ਰਧਾਨ ਸਾਹਿਬ ਨਾਲ ਗੱਲ ਕਰ ਰਿਹਾ ਸੀ ਤੇ ਉਹਨਾਂ ਨੇ ਕਿਹਾ 1-2 ਦਿਨ ਦੇ ਵਿੱਚ ਹੀ ਤੁਹਾਨੂੰ ਅਸੀਂ ਦੁਬਾਰਾ ਤੁਹਾਡੇ ਵਫਦ ਨੂੰ ਟਾਈਮ ਦੇਵਾਂਗੇ। ਇਸੇ ਤਰ੍ਹਾਂ ਕਾਂਗਰਸ ਸਰਕਾਰ ਦੇ ਕੋਲੇ ਸਾਰੀ ਯੂਨਿਟੀ ਨੇ ਜਾ ਕੇ ਮੰਗ ਕੀਤੀ ਹੈ, ਤੇ ਜੇਕਰ ਸਾਡੀ ਇਹ ਮੰਗ ਪੂਰੀ ਹੋ ਜਾਂਦੀ ਹੈ ਤੇ ਅਸੀਂ ਬਿਲਕੁਲ ਡਟ ਕੇ ਰਲ ਮਿਲ ਕੇ ਚੱਲਾਂਗੇ, ਵਰਨਾ ਜੇਕਰ ਸਾਡੀ ਨਹੀਂ ਸੁਣਵਾਈ ਹੁੰਦੀ ਤਾਂ ਅਸੀਂ ਵਿਰੋਧ ਕਰਾਂਗੇ ਔਰ ਹਰ ਨਗਰ ਜਾ ਕੇ ਇਸ ਗੱਲ ਦਾ ਬਾਈਕਾਟ ਕਰਾਂਗੇ। ਤੁਸੀਂ ਸੁਖਬੀਰ ਸਿੰਘ ਬਾਦਲ ਹੋਰਾਂ ਨਾਲ ਇਸ ਮੁੱਦੇ ਤੇ ਗੱਲਬਾਤ ਕੀਤੀ, ਉਹਨਾਂ ਨੇ ਤੁਹਾਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਛੇਤੀ ਇਹ ਨੋਟੀਫਿਕੇਸ਼ਨ ਰੱਦ ਕਰਵਾ ਦਾਂਗੇ, ਪਰ ਤੁਸੀਂ ਉਹਨਾਂ ਨੂੰ ਕਾਰਨ ਨਹੀਂ ਪੁੱਛਿਆ ਵੀ ਤੁਹਾਡੇ MLA ਦੇ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ, ਇਹਦੇ ਪਿੱਛੇ ਕੀ ਕਾਰਨ ਸੀ? ਉਹਨਾਂ ਨੇ ਇਹੀ ਦੱਸਿਆ ਕਿ ਇੱਕ MLA ਦੇ ਕਹੇ ਤੇ ਸਾਤੇ ਗਲਤੀ ਹੋਈ ਹੈ, ਤੇ ਉਹਨਾਂ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬਿਲਕੁਲ ਐਸੀ ਗੱਲ ਨਹੀਂ ਕਰਾਂਗੇ, ਕਿਉਂਕਿ ਕੁਝ ਸੱਜਣ ਜਿਹੜੇ ਐਸੇ ਸੀਗੇ, ਕਿਉਂਕਿ ਬਰਾਦਰੀਆਂ ਬਹੁਤ ਨੇ ਰਾਜਪੂਤ ਭਾਈਚਾਰੇ ਦੇ ਵਿੱਚ, ਜਾਂ ਸਾਡੀ ਸਿੱਖ ਰਾਜਪੂਤ ਬਰਾਦਰੀ ਹੈ, ਪਰ ਜਿਸ ਤਰ੍ਹਾਂ ਗਡਰੀਆ ਕੌਮ ਹੈ, ਜਿਸ ਤਰ੍ਹਾਂ ਸਿਕਲੀਗਰ ਬਰਾਦਰੀ ਹੈ, ਜਿਸ ਤਰ੍ਹਾਂ ਹੋਰ ਸਾਰੀਆਂ ਬਰਾਦਰੀਆਂ ਨੇ, ਉਹਨਾਂ ਨੇ ਜਾ ਕੇ ਉਹਨਾਂ ਦੇ ਨਾਲ ਰਾਬਤਾ ਕਰ ਲਿਆ ਕਿ ਉਹਨਾਂ ਦੀ ਵੋਟ ਉਹਨਾਂ ਦੇ ਹਲਕੇ ਜ਼ਿਆਦਾ ਸੀ, ਇਸ ਕਰਕੇ ਉਹਨਾਂ ਨੇ
ਇਹ ਜਿਹੜੀ ਸਾਰੀ ਬਰਾਦਰੀ ਹੈ ਉਹਨਾਂ ਨੂੰ ਇਸ ਦੇ ਵਿੱਚ ਸਿੱਟ ਦਿੱਤਾ। ਅਸੀਂ ਪੁਰਜੋਰ ਇਸ ਗੱਲ ਦੀ ਨਿਖੇਧੀ ਕਰਦੇ ਹਾਂ। ਤੁਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਕੋ ਵੀ ਜਾ ਕੇ ਮੰਗ ਪੱਤਰ ਦੇ ਕੇ ਆਏ ਹੋ ਤਾਂ ਉਹਨਾਂ ਨੇ ਕੀ ਵਿਸ਼ਵਾਸ ਦਿਵਾਇਆ, ਕਿਉਂਕਿ ਬਹੁਤ ਲੰਮਾ ਸਮਾਂ ਬੀਤ ਚੁੱਕਿਆ ਹੈ, ਅਜੇ ਤੱਕ ਤਾਂ ਇਸ ਨੋਟੀਫਿਕੇਸ਼ਨ ਨੂੰ ਰੱਦ ਕਰ ਦੇਣਾ ਚਾਹੀਦਾ ਸੀ। ਇਹ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਕਰੋਨਾ ਮਹਾਮਾਰੀ ਕਰਕੇ ਵੀ 2 ਸਾਲ ਦਾ ਕਰੀਬ ਸਮਾਂ ਲੰਘ ਗਿਆ ਤੇ ਅਸੀਂ ਮਾਨਯੋਗ ਡਿਪਟੀ ਕਮਿਸ਼ਨਰ ਸਾਰੇ ਜ਼ਿਲ੍ਹਿਆਂ ਦੇ ਵਾਰੀ-ਵਾਰੀ ਅਸੀਂ ਦੇ ਰਹੇ ਹਾਂ ਤੇ ਉਹਨਾਂ ਨੂੰ ਅਸੀਂ ਮੰਗ ਪੱਤਰ ਜਿੱਥੇ ਦਿੱਤੇ ਨੇ ਕਿ ਸਰਕਾਰ ਦੇ ਤਾਈਂ ਸਾਡੀ ਜਿਹੜੀ ਮੰਗ ਹੈ ਉਹ ਪਹੁੰਚਾਈ ਜਾਵੇ ਤੇ ਉਹਨਾਂ ਨੇ ਵੀ ਸਾਨੂੰ ਇਹੀ ਭਰੋਸਾ ਦਿੱਤਾ ਹੈ। ਸਾਨੂੰ ਪੂਰਨ ਆਸ ਹੈ ਕਿ ਜਲਦੀ ਸਾਡਾ ਜਿਹੜਾ ਇਹ ਮਸਲਾ ਹੱਲ ਹੋ ਜਾਵੇ। ਜੀ ਬਿਲਕੁਲ, ਤੁਸੀਂ ਜ਼ਿਕਰ ਕੀਤਾ ਵੀ ਸ਼ਰਨਜੀਤ ਸਿੰਘ ਢਿੱਲੋਂ ਹੋਰਾਂ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਵਾਇਆ ਜਾਂਦਾ। ਜਦੋਂ ਇਹ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ ਤਾਂ ਉਸ ਤੋਂ ਬਾਅਦ ਤੁਹਾਡੀ ਸ਼ਰਨਜੀਤ ਸਿੰਘ ਢਿੱਲੋਂ ਹੋਰਾਂ ਨਾਲ ਕੋਈ ਗੱਲਬਾਤ ਹੁੰਦੀ ਹੈ ਇਸ ਮੁੱਦੇ ਨੂੰ ਲੈ ਕੇ? ਨਹੀਂ, ਅਸੀਂ ਉਹਨਾਂ ਨਾਲ ਗੱਲ ਕਰਨ ਦੇ, ਕਿਉਂਕਿ ਅਸੀਂ ਉਹਨਾਂ ਨਾਲ ਗੱਲ ਕਿਉਂ ਕਰੀਏ, ਕਿਉਂਕਿ ਅਸੀਂ ਉਹਨਾਂ ਨਾਲ ਗੱਲ ਤਾਂ ਕੀ ਕਰੀਏ ਨਾ ਵੀ ਜੇ ਸਾਨੂੰ ਇਹ ਮਹਿਸੂਸ ਹੁੰਦਾ ਹੋਵੇ ਵੀ ਇਹਨਾਂ ਨੇ ਸਾਡਾ ਕਹਿਣਾ ਮੰਨ ਲੈਣਾ। ਉਹਦਾ ਕਾਰਨ ਕੀ ਸੀ, ਕਿਉਂਕਿ ਉਹਨਾਂ ਨੇ ਆਪਣਾ ਹਲਕਾ ਦੇਖਣਾ, ਉਹਨਾਂ ਨੇ ਸਾਨੂੰ ਉਹਨਾਂ ਆਪਣੀ ਵੋਟ ਬੈਂਕ ਦੇਖਣੀ ਆ, ਸਾਨੂੰ ਨਹੀਂ ਦੇਖਣਾ ਉਹਨਾਂ ਨੇ। ਪਰ ਇਸ ਕਰਕੇ ਇਹ ਅਸੀਂ ਬਾਕੀ ਸਾਰੇ ਲੀਡਰ ਸਾਹਿਬਾਨ ਨੂੰ ਅਸੀਂ ਮਿਲੇ ਸੀ, ਇਹਨਾਂ ਦੇ ਅਕਾਲੀ ਦਲ ਦੇ ਮੰਤਰੀ ਸਾਹਿਬਾਨਾਂ ਨੂੰ ਮਿਲੇ ਸੀ ਅਸੀਂ। ਸਾਨੂੰ ਇਹ ਬਹੁਤ ਮਤਲਬ ਮਹਿਸੂਸ ਹੋਇਆ ਸੀ ਇਹ ਗੱਲ। ਪਰ ਸਾਡਾ ਅਸੀਂ ਮਾਣ ਕਰਦੇ ਹਾਂ ਭਾਈ ਰਵਿੰਦਰ ਸਿੰਘ ਉਹਨਾਂ ਤੇ, ਰਣਜੀਤ ਸਿੰਘ ਖੰਨਾ ਉਹਨਾਂ ਤੇ, ਉਹਨਾਂ ਦੀ ਟੀਮ ਤੇ, ਵੀ ਉਹਨਾਂ ਨੇ ਸਾਨੂੰ ਜ਼ਰੂਰਤ ਹੀ ਨਹੀਂ ਮਹਿਸੂਸ ਹੋਈ ਵੀ ਇਹ ਸਾਨੂੰ ਕਰਨਾ ਚਾਹੀਦਾ, ਕਿਉਂਕਿ ਸਾਡਾ ਕੰਮ ਇਹ ਕਰ ਰਹੇ ਆ ਜਿਨ੍ਹਾਂ ਦੇ ਅਕਾਲੀ ਦਲ 'ਚ ਰਹਿ ਕੇ ਵੀ ਇਹ ਕੰਮ ਕਰ ਰਹੇ ਆ। ਸਾਨੂੰ ਇੰਨਾ ਬਹੁਤ ਮਾਣ ਆ, ਅਸੀਂ ਇਸ ਕਰਕੇ ਬਹੁਤਾ ਦਖਲ ਦੇਣਾ ਮੁਨਾਸਬ ਨਹੀਂ ਸਮਝਿਆ, ਕਿਉਂਕਿ ਇਹ ਰਿਪਰੈਜ਼ੈਂਟੇਸ਼ਨ ਜਿਹੜੀ ਹੈਗੀ ਮਾਲਵੇ ਜ਼ੋਨ ਦੀ ਉਹ ਇਹਨਾਂ ਕੋਲ ਆ ਔਰ ਇਹਨਾਂ ਨੇ ਬਹੁਤ ਹੀ ਵਧੀਆ ਢੰਗ ਨਾਲ ਉਹਨੂੰ ਦੱਸਿਆ, ਉਹਨਾਂ ਨਾਲ ਰਾਬਤਾ ਰੱਖਿਆ। ਔਰ ਮੈਂ ਸ਼ਾਇਦ ਇਹ ਮਹਿਸੂਸ ਕਰਦਾ ਵੀ ਜੇ ਇਹਨਾਂ ਦਾ ਰਾਬਤਾ ਰੱਖਿਆ ਸੀ ਤਾਂ ਸ਼ਰਨਜੀਤ ਢਿੱਲੋਂ ਅੱਜ ਕਿੱਥੇ ਖੜਾ। ਕੋਆਰਡੀਨੇਟਰ ਤੋਂ ਲਾ ਦੇਣਾ ਉਹਦੀ ਬੜੀ ਇਨਸਲਟ ਹੈ ਇਸ ਗੱਲ ਦੀ। ਇਹ ਇਨਸਲਟ ਦਾ ਕਾਰਨ ਸਮਝ ਲਓ ਵੀ ਇਹਨਾਂ ਦੀ ਇਹਨਾਂ ਨੇ ਇਨੀਸ਼ੀਏਟਿਵ ਲਿਆ ਤਾਂ ਸਾਨੂੰ ਮਾਣ ਮਿਲਿਆ। ਤਾਂ ਇਸੇ ਤਰ੍ਹਾਂ ਹੁਣ ਚੱਲਦਾ ਰਿਹਾ ਤਾਂ ਫਿਰ ਕੋਈ ਦਿਨ ਉਹ ਦਿਨ ਦੂਰ ਨਹੀਂ ਜਿੱਦਣ ਅਸੀਂ ਇਹ ਡੀਨੋਟੀਫਾਈ ਨਹੀਂ ਕਰਾਵਾਂਗੇ। ਮੌਜੂਦਾ ਸਰਕਾਰ ਦੇ ਨੁਮਾਇੰਦਿਆਂ ਨਾਲ ਕੋਈ ਗੱਲ ਹੋਈ ਹੈ ਇਸ ਮੁੱਦੇ ਨੂੰ ਲੈ ਕੇ? ਬਹੁਤ ਨੁਮਾਇੰਦਿਆਂ ਨਾਲ ਹੋਈ ਜੀ। ਕਿਹਦੇ ਨਾਲ? ਸਾਰਿਆਂ ਨਾਲ, ਹਲਕਾ ਦੇ ਸਾਰੇ ਐਮਐਲਏ, ਡਾਕਟਰ ਰਾਜਕੁਮਾਰ ਚੱਬੇਵਾਲ, ਫਿਰ ਉਸ ਤੋਂ ਬਾਅਦ ਅਰੋੜਾ ਸਾਹਿਬ, ਸੁੰਦਰ ਸ਼ਾਮ ਅਰੋੜਾ ਜੀ, ਫਿਰ ਆਪਣੇ ਸਾਡੇ ਆਨਰੇਬਲ ਸਪੀਕਰ ਸਾਹਿਬ ਰਾਣਾ KP ਸਿੰਘ ਹੋਣੀ, ਤਾਂ ਜਿਹੜੇ ਸਰ ਪ੍ਰਗਟ ਸਿੰਘ ਜੀ ਐਮਐਲਏ ਕੈਂਟ ਤੋਂ, ਟੀਨੂ ਸਾਹਿਬ ਨਾਲ, ਪਵਨ ਟੀਨੂ ਜੀ ਜੋ ਆਦਮਪੁਰ ਤੋਂ ਨੇ, ਉਹ ਅਕਾਲੀ ਦਲ ਦੇ ਨੇ, ਉਹਨਾਂ ਨਾਲ ਵੀ ਆਪਾਂ ਕੀਤੀ ਗੱਲ। ਫਿਰ ਸਾਰਿਆਂ ਨਾਲ ਅਸੀਂ ਆਨਰੇਬਲ ਗਵਰਨਰ ਸਾਹਿਬ, ਸਿਰਫ ਸਾਡਾ ਇੱਕ CM ਸਾਹਿਬ ਕੋਲ ਜਾਣਾ ਰਹਿ ਗਿਆ, ਉਹ ਅਸੀਂ ਨੈਕਸਟ ਵੀਕ ਅਸੀਂ ਅੱਜ ਉਹਨਾਂ ਦੇ ਬਹੁਤ ਹੀ ਸਤਿਕਾਰਯੋਗ ਸਾਡੇ ਪ੍ਰਿੰਸੀਪਲ ਸੈਕਟਰੀ ਸੁਰੇਸ਼ ਕੁਮਾਰ ਉਹਨਾਂ ਨੂੰ ਅੱਜ ਅਸੀਂ ਮੰਗ ਪੱਤਰ ਦੇ ਕੇ ਆਏ ਹਾਂ ਔਰ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਇਸ ਗੱਲ ਦਾ, ਸਰਕਾਰ ਨੇ ਸਾਨੂੰ ਵਿਸ਼ਵਾਸ ਦਿਵਾਇਆ ਇਸ ਗੱਲ ਦਾ ਵੀ ਜੇ ਤੁਸੀਂ ਨਹੀਂ ਜਾਣਾ ਚਾਹੁੰਦੇ BC ਕੋਟੇ ਵਿੱਚ ਤੁਹਾਨੂੰ ਜ਼ਬਰੀ ਧੱਕੇ ਨਾਲ ਨਹੀਂ ਭੇਜਿਆ ਜਾਊਗਾ। ਤੇ ਕੋਈ ਨੋਟੀਫਿਕੇਸ਼ਨ ਦੇ ਵਿੱਚ ਤੁਹਾਨੂੰ ਹੁਣ ਇਹ ਨਹੀਂ ਦੱਸਿਆ ਵੀ ਕਦੋਂ ਤੱਕ ਇਹ ਜੋ ਤੁਹਾਡਾ ਇਹਨੂੰ ਰੱਦ ਕਰ ਦਿੱਤਾ ਜਾਵੇਗਾ? ਅੱਜ ਮੁਲਾਕਾਤ ਵਿਸ਼ਵਾਸ ਦਵਾਤਾ ਉਹਨਾਂ ਸਾਨੂੰ ਵੀ ਜੇ ਵਿਸ਼ਵਾਸ, ਅਸੀਂ ਗੱਲ ਇਹ ਵੀ ਕਹਿਤੀ ਵੀ ਜੇ ਸਾਨੂੰ ਇਹਦਾ ਨਾ ਜਸਟਿਸ ਮਿਲਿਆ, ਸਾਨੂੰ ਨਾ ਤੁਸੀਂ ਕੀਤਾ ਵੀ ਅਸੀਂ ਸੜਕਾਂ ਤੇ ਵੀ ਆਵਾਂਗੇ, ਫਿਰ ਤੁਹਾਡਾ ਡਟ ਕੇ ਵਿਰੋਧ ਵੀ ਕਰਾਂਗੇ। ਇਹ ਗੱਲ ਆਪਾਂ ਨੂੰ ਕਹਿਤੀ। ਤੁਸੀਂ ਪ੍ਰਗਟ ਸਿੰਘ ਦਾ ਜ਼ਿਕਰ ਕੀਤਾ, ਨਵਜੋਤ ਸਿੰਘ ਸਿੱਧੂ ਦੇ ਕਾਫੀ ਕਰੀਬੀ ਨੇ, ਉਹ ਕਹਿੰਦੇ ਨੇ ਵੀ ਜੋ ਅਸੀਂ ਵਾਅਦੇ ਕੀਤੇ ਪੂਰੇ ਕਰਾਂਗੇ। ਪਰ ਹੁਣ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ, ਜਦ ਤੁਸੀਂ ਜਦੋਜਹਿਦ ਕਰ ਰਹੇ ਹੋ ਤਾਂ ਲੱਗਦਾ ਹੈ ਵੀ ਹੁਣੇ ਮਸਲਾ ਤੁਹਾਡਾ ਹੱਲ ਹੋ ਜਾਏਗਾ? ਮੈਡਮ ਇਸ ਬਾਰੇ ਨੋ ਕਮੈਂਟਸ। ਉਹਨਾਂ ਦਾ ਕੀ ਅੰਦਰੂਨੀ ਝਗੜਾ ਕੀ ਹੈ, ਸਾਡਾ ਮੇਨ ਮਕਸਦ ਇੱਕੋ ਹੀ ਆ ਵੀ ਅਸੀਂ ਉਹਨਾਂ ਦੇ ਨਾਲ ਜਿਹੜਾ ਸਾਡਾ ਡੀਨੋਟੀਫਾਈ ਦਾ ਕੰਮ ਆ ਉਹ ਅਸੀਂ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਵੀ ਮਿਲਾਂਗੇ, ਉਹਨਾਂ ਨੂੰ ਮਿਲ ਕੇ ਅਸੀਂ ਉਹਨਾਂ ਨਾਲ। ਪਰ ਮੇਰਾ ਸਵਾਲ ਇਹ ਹੈ ਕਿ ਪ੍ਰਗਟ ਸਿੰਘ ਕਹਿੰਦੇ ਵੀ ਜੋ ਮੈਂ ਲੋਕਾਂ ਨਾਲ ਗੱਲ ਕਹਿਣਾ ਮੈਂ ਉਹ ਚੀਜ਼ ਪੂਰੀ ਕਰਦਾ। ਤੁਸੀਂ ਉਹਨਾਂ ਨਾਲ ਮੁਲਾਕਾਤ ਕੀਤੀ ਤਾਂ ਤੁਹਾਡਾ ਮਸਲਾ ਕਿਉਂ ਨਹੀਂ ਹੱਲ ਹੋਇਆ? ਨਹੀਂ, ਹੁਣ ਅਸੀਂ ਵਿਸ਼ਵਾਸ ਹੀ ਹੁਣ ਦਵਾਇਆ ਉਹਨਾਂ ਨੇ। ਜਦ ਅਸੀਂ ਮਿਲੇ ਆ ਉਹਨਾਂ ਨੂੰ, ਬਾਕੀ ਜਿੱਦਾਂ ਮਿਲੇ ਆ ਉੱਦਾਂ ਸਾਹਿਬ ਪ੍ਰਗਟ ਸਿੰਘ ਨੂੰ ਮਿਲੇ ਆ। ਸਾਹਿਬ ਪ੍ਰਗਟ ਸਿੰਘ ਉਹਨਾਂ ਨੇ ਇੱਕ ਸਿਰੇ ਵੀ ਗੱਲ ਕੀਤੀ, ਉਹ ਕਹਿੰਦੇ ਮੈਂ ਆਪਣੇ ਨਵਜੋਤ ਸਿੰਘ ਸਿੱਧੂ ਪ੍ਰਧਾਨ ਜੀ ਨਾਲ ਵੀ ਗੱਲ ਕਰਾਂਗਾ, ਗੱਲ ਕਰਕੇ ਤੁਹਾਡਾ ਜਿਹੜਾ ਹੈਗਾ ਮਸਲਾ ਪੂਰਨ ਵਿਸ਼ਵਾਸ ਆ, ਉਹ ਕਹਿੰਦੇ ਅਸੀਂ ਤੁਹਾਡਾ ਮਸਲਾ ਜੋ ਹੱਲ ਕਰਾਵਾਂਗੇ। ਜੀ ਸਰ, ਜੇਕਰ ਇਹ ਹੁਣੇ ਮਸਲਾ ਛੇਤੀ ਹੱਲ ਨਹੀਂ ਹੁੰਦਾ ਕਿਉਂਕਿ ਇਲੈਕਸ਼ਨਾਂ ਸਿਰ ਤੇ ਨੇ, ਤਾਂ ਇਸ ਤੋਂ ਬਾਅਦ ਤੁਹਾਡਾ ਕੀ ਐਕਸ਼ਨ ਰਹੇਗਾ? ਸਾਡਾ ਇਹ ਐਕਸ਼ਨ ਹੋਏਗਾ ਕਿ ਅਸੀਂ ਰਲ ਕੇ ਸਾਰੀ ਯੂਨਿਟੀ ਨੂੰ ਲਾਮਬੰਦ ਕਰਾਂਗੇ। ਲਾਮਬੰਦ ਕਰਕੇ ਤੇ ਅਸੀਂ ਇਹਦੇ ਜਿਹੜੇ ਰੋਸ ਪ੍ਰੋਟੈਸਟ ਨੇ ਉਹ ਅਸੀਂ ਜਾਰੀ ਰੱਖਾਂਗੇ। ਇਹੀ ਸਾਡਾ ਅਗਲਾ ਪ੍ਰੋਗਰਾਮ ਹੋਏਗਾ। ਜੇਕਰ ਤੁਸੀਂ ਪ੍ਰੋਟੈਸਟ ਕਰੋਗੇ, ਮੌਜੂਦਾ SGPC ਮੈਂਬਰ ਹੋ, ਤਾਂ ਹੋ ਨਹੀਂ ਸਕਦਾ ਕਿ ਕਿਤੇ ਨਾ ਕਿਤੇ ਤੁਹਾਡੇ ਤੇ ਕੋਈ ਗਾਜ ਡਿੱਗ ਸਕਦੀ ਹੈ? ਨਹੀਂ, ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ। ਮੈਂ ਕੇਵਲ ਤੇ ਕੇਵਲ ਸਭ ਤੋਂ ਪਹਿਲਾਂ ਮੇਰੀ ਬਰਾਦਰੀ ਹੈ, ਉਸ ਤੋਂ ਬਾਅਦ ਸਾਡੀ ਪਾਰਟੀ ਹੈ ਤੇ ਅਸੀਂ ਇਸ ਬਰਾਦਰੀ ਨੂੰ ਪਹਿਲਾਂ ਲੈ ਕੇ ਚੱਲਾਂਗੇ। ਜੀ ਬਿਲਕੁਲ। ਤਾਂ ਸੁਰੇਸ਼ ਕੁਮਾਰ ਹੋਣਾ ਨਾਲ ਮੁਲਾਕਾਤ ਹੋਈ ਹੈ ਤਾਂ ਲੱਗਦਾ ਵੀ ਹੁਣੇ ਮਸਲਾ ਹੱਲ ਹੋ ਜੂ? ਮਾਨਯੋਗ ਪ੍ਰਧਾਨ ਸਾਹਿਬ ਹੋਰੀ ਗਏ ਸੀਗੇ, ਮੈਂ ਤਾਂ ਨਹੀਂ ਗਿਆ, ਤੇ ਉਹਨਾਂ ਨੇ ਭਰੋਸਾ ਦਿਵਾਇਆ ਇਹਨਾਂ ਦੀ ਵਫਦ ਨੂੰ ਕਿ ਅਸੀਂ ਬਿਲਕੁਲ ਜਲਦੀ ਦੇ ਵਿੱਚ ਜਿਹੜਾ CM ਸਾਹਿਬ
ਮਾਨਯੋਗ ਕੈਪਟਨ ਅਮਰਿੰਦਰ ਸਿੰਘ ਜੀ ਹੋਰਾਂ ਦੇ ਨਾਲ ਗੱਲ ਕਰਕੇ ਇਹ ਜਿਹੜਾ ਤੁਹਾਡਾ ਡੀ ਨੋਟੀਫਾਈ ਕਰ ਦੇਵਾਂਗੇ। ਬਿਲਕੁਲ। ਤਾਂ ਪ੍ਰਧਾਨ ਸਾਹਿਬ, ਅੱਜ ਤੁਸੀਂ ਮੰਗ ਪੱਤਰ ਦੇ ਕੇ ਆਏ ਹੋ ਸੁਰੇਸ਼ ਕੁਮਾਰ ਹੋਰਾਂ ਨੂੰ, ਪਹਿਲਾਂ ਵੀ ਕਈ ਐਮਐਲਏ ਨੂੰ ਮਿਲ ਚੁੱਕੇ ਹੋ, ਮਸਲਾ ਹੱਲ ਹੋਣ ਦੀ ਉਮੀਦ ਹੈ ਕਿਉਂਕਿ ਕਾਫੀ ਸਮਾਂ ਹੋ ਗਿਆ ਤੁਹਾਨੂੰ ਜਦੋਜਹਿਦ ਕਰਦੇ ਇਸ ਮਾਮਲੇ ਨੂੰ ਲੈ ਕੇ? ਦੇਖੋ, ਜਿਹੜੀ ਸਾਡੀ ਤਕਰੀਬਨ ਪ੍ਰਕਿਰਿਆ ਸੀ ਵਿਧਾਨ ਸਭਾ ਦਾ ਜਿਹੜਾ ਲਾਸਟ ਸੈਸ਼ਨ ਚੱਲਣਾ, ਉਹਦੇ ਵਿੱਚ ਜਿਹੜਾ ਇਹਨਾਂ ਦਾ ਆਪਣਾ ਪ੍ਰੋਟੋਕੋਲ ਹੈਗਾ, ਉਹਦੇ ਵਿੱਚ ਅਸੀਂ ਪਹਿਲਾਂ ਸਾਰੇ ਆਪਣੇ ਹਲਕਿਆਂ ਦੇ ਐਮਐਲਏ ਸਾਹਿਬਾਨ, ਉਸ ਤੋਂ ਬਾਅਦ ਗਵਰਨਰ ਸਾਹਿਬ, ਮਾਨਯੋਗ ਸਪੀਕਰ ਸਾਹਿਬ, ਫਿਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਹਿਬ, ਔਰ ਅੱਜ ਅਸੀਂ ਜਿਹੜਾ ਸੀਐਮ ਸਾਹਿਬ ਦੇ ਚੀਫ ਪਾਰਲੀਮੈਂਟ ਸਕੱਤਰ ਹੈਗੇ ਆ ਉਹਨਾਂ ਨੂੰ ਮਿਲੇ ਆ, ਔਰ ਉਹਨਾਂ ਨੇ ਸਾਨੂੰ ਇਹ ਦੱਸਿਆ ਕਿ ਜਿਹੜਾ ਕੈਪਟਨ ਆਪਣੇ ਸਪੀਕਰ ਸਾਹਿਬ ਔਰ ਮਾਨਯੋਗ ਗਵਰਨਰ ਸਾਹਿਬ ਦੇ ਵੱਲੋਂ ਜਿਹੜੇ ਤੁਹਾਡੇ ਉਹ ਮੰਗ ਪੱਤਰ ਹੈਗੇ ਆ ਉਹ ਸਾਡੇ ਕੋਲ ਪਹੁੰਚ ਚੁੱਕੇ ਆ, ਔਰ ਇਹਨਾਂ ਦੇ ਨਾਲ ਟੇਬਲ ਟਾਕ ਹੋ ਚੁੱਕੀ ਹੈ, ਤੇ ਉਹਨਾਂ ਨੇ ਇਸ ਗੱਲ ਦਾ ਭਰੋਸਾ ਦਿਆ ਵੀ ਅਗਰ ਤੁਸੀਂ ਨਹੀਂ ਚਾਹੁੰਦੇ ਤੇ ਤੁਹਾਨੂੰ ਨਹੀਂ ਪਾਇਆ ਜਾਵੇਗਾ। ਇਹਦੇ ਵਿੱਚ ਅਸੀਂ ਨਾਲ ਦੀ ਨਾਲ ਉਹਨਾਂ ਨੂੰ ਇਹ ਵੀ ਕਿਹਾ ਕਿ ਤੁਸੀਂ ਉਹਨਾਂ ਨੂੰ ਨਾ ਆਇਡੈਂਟੀਫਾਈ ਕਰੋ ਵੀ ਜਿਹੜੇ ਉਹ ਸਾਡੇ ਰਾਜਪੂਤ ਭਾਈਚਾਰੇ ਦੇ ਵਿੱਚ ਕਛਪ ਰਾਜਪੂਤ ਵੀ ਆਉਂਦੇ ਆ, ਬਾਣ ਭੱਟ ਵੀ ਆਉਂਦੇ ਆ, ਸਿਗਲੀਗਰ ਵੀ ਆਉਂਦੇ ਆ, ਸਾਡੇ ਭਰਾ ਆ, ਲੇਕਿਨ ਠੀਕ ਹੈ ਕਿ ਉਹ ਕਿਸੇ ਲੋਅਰ ਕਾਸਟ ਨੂੰ ਜੇ ਬਿਲੋਂਗ ਕਰਦੇ ਆ ਤੇ ਤੁਸੀਂ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉਹਦੇ ਵਿੱਚ ਪਾ ਦਿਓ ਜੇ ਕੋਈ ਸਹੂਲਤ ਮੰਗਦੇ ਆ। ਲੇਕਿਨ ਜਿਹੜਾ ਸਿੱਖ ਲਫ਼ਜ਼ ਜ਼ਿਲ੍ਹੇ ਵਿੱਚ ਆਉਂਦਾ ਰਾਜਪੂਤ ਭਾਈਚਾਰੇ ਦੇ, ਤੇ ਫਿਰ ਅਸੀਂ ਇਹ ਸਮਝਦੇ ਆ ਵੀ ਹਿੰਦੂ ਸਿੱਖ ਰਾਜਪੂਤ ਭਾਈਚਾਰੇ ਦੇ ਵਿੱਚ ਇਹਦੀ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਜਦ ਕਿ ਸਾਡਾ ਉਹਨਾਂ ਦੇ ਨਾਲ ਸਮਾਜਿਕ ਰਿਸ਼ਤੇ ਆ, ਸਾਡੀ ਉਹਨਾਂ ਦੇ ਨਾਲ ਭਾਈਬੰਦੀ ਹੈ, ਤੇ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਸਮਾਜ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਵਿਤਕਰਾ ਹੋਵੇ। ਰਾਜਪੂਤ ਰਾਜਪੂਤ ਸਾਡੀ ਮਾਰਸ਼ਲ ਕੌਮ ਹੈ, ਉਹਨਾਂ ਨੂੰ ਆਇਡੈਂਟੀਫਾਈ ਕਰਕੇ ਪਾਤੇ ਜਿਹੜਾ ਸਿੱਖ ਲਫ਼ਜ਼ ਚਾਹੇ ਉਹ ਕਲੈਰੀਕਲ ਮਿਸਟੇਕ ਹੋਈ ਹੈ ਚਾਹੇ ਕੁਝ ਵੀ ਹੈ ਉਹਦੇ ਤੋਂ ਸਾਨੂੰ ਬਾਹਰ ਕੱਢਿਆ ਜਾਵੇ। ਅਸੀਂ ਜਨਰਲ ਨੂੰ ਬਿਲੋਂਗ ਕਰਦੇ ਹਾਂ, ਜਨਰਲ 'ਚ ਰਹਿਣਾ ਚਾਹੁੰਦੇ ਹਾਂ। ਤੇ ਸ਼ਰਨਜੀਤ ਸਿੰਘ ਢਿੱਲੋਂ ਦਾ ਜ਼ਿਕਰ ਕੀਤਾ ਕਿ ਉਹਨਾਂ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ, ਉਸ ਤੋਂ ਬਾਅਦ ਤੁਹਾਡੀ ਢਿੱਲੋਂ ਸਾਹਿਬ ਹੋਰਾਂ ਨਾਲ ਕੋਈ ਗੱਲ ਹੋਈ ਕਿਉਂਕਿ ਐਮਐਲਏ ਵੀ ਬਣ ਚੁੱਕੇ ਨੇ, ਪਰ ਇਹ ਸਭ ਦੇ ਬਾਵਜੂਦ ਅਜੇ ਤੱਕ ਇਹ ਨੋਟੀਫਿਕੇਸ਼ਨ ਰੱਦ ਨਹੀਂ ਹੋਇਆ ਜਾਂ ਉਹਨਾਂ ਨੂੰ ਤੁਸੀਂ ਕਾਰਨ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਚੰਗੇ ਭਲੇ ਜਨਰਲ ਕੈਟਾਗਰੀ ਤੋਂ ਸਾਨੂੰ ਬੀਸੀ ਕੈਟਾਗਰੀ 'ਚ ਕਿਉਂ ਪਾਇਆ ਗਿਆ? ਉਹਦਾ ਦੇਖੋ ਉਹਦਾ ਕਾਰਨ ਸੀ ਉਹ ਸਾਨੇਵਾਲ ਹਲਕੇ ਨੂੰ ਬਿਲੋਂਗ ਕਰਦੇ ਸੀ। ਉੱਥੇ ਜਿਹੜੇ ਸਾਡੇ ਸਬ ਕਾਸਤਾਂ ਆ ਉਹ ਉੱਥੇ ਉਹਨਾਂ ਦਾ ਭਰਮਾਰ ਆ, ਉਹਨਾਂ ਦੀ ਬੈਂਕ ਬੋਰਡ ਸੀ ਉੱਥੇ, ਲੇਕਿਨ ਉਹਨਾਂ ਨੇ ਵੀ ਉਹਨਾਂ ਨੂੰ ਬਰਗਲਾ ਕਰਕੇ ਉਹਨਾਂ ਨੇ ਨਹੀਂ ਸੀ ਕਿਹਾ ਕਿ ਸਿੱਖ ਰਾਜਪੂਤ ਭਾਈਚਾਰੇ ਨੂੰ ਉਹਦੇ ਵਿੱਚ ਪਾਇਆ ਜਾਵੇ, ਲੇਕਿਨ ਉਹਨਾਂ ਨੇ ਆਪਣੀ ਸਿਆਸੀ ਚਾਲ ਚੱਲ ਕੇ ਉਹਨਾਂ ਨੂੰ ਇਹ ਕਿਹਾ ਕਿ ਤੁਹਾਨੂੰ ਅਸੀਂ ਬੀਸੀ ਦੇ ਵਿੱਚ ਪਾ ਦਿੰਦੇ ਆ, ਔਰ ਜਿਹੜੀਆਂ ਸਹੂਲਤਾਂ ਮਿਲਣਗੀਆਂ ਉਹ ਤੁਹਾਨੂੰ ਮਿਲਿਆ ਕਰਨਗੀਆਂ, ਤੁਹਾਡੇ ਬੱਚਿਆਂ ਨੂੰ ਲਾਭ ਮਿਲੂਗਾ, ਜਦ ਕਿ ਬੀਸੀ ਦੇ ਵਿੱਚ ਕੋਈ ਲਾਭ ਨਹੀਂ। 100 ਯੂਨਿਟ ਬਿਜਲੀ ਦੀ ਜਿਹੜੀ ਮਿਲਦੀ ਹੈ ਉਹ ਵੀ ਉਹਨਾਂ ਨੂੰ ਮਿਲਦੀ ਹੈ ਕਿ ਜਿਨ੍ਹਾਂ ਦਾ 1 ਕਿਲੋ ਵਾਟ ਤੋਂ ਜਿਹੜਾ ਉਹਨਾਂ ਦਾ ਲੋਡ ਘੱਟ ਹੈ, ਜਿਹਦਾ 1 ਕਿਲੋ ਤੋਂ ਉੱਪਰ ਹੈ ਉਹਨੂੰ ਇਹ ਸਹੂਲਤ ਨਹੀਂ ਮਿਲਦੀ। ਸੋ ਉਹਨਾਂ ਨੇ ਇਸ ਕਰਕੇ ਆਪਣੀ ਸਿਆਸੀ ਚਾਲ ਚੱਲ ਕੇ ਇਹਦਾ ਫਾਇਦਾ ਲਿਆ ਆ ਔਰ ਉਹਨਾਂ ਨੂੰ ਗਮਰਾਹ ਕੀਤਾ ਆ, ਔਰ ਇਸੇ ਕਰਕੇ ਜਿਹੜੀ ਸਮੁੱਚੀ ਰਾਜਪੂਤ ਭਾਈਚਾਰੇ ਨੇ ਅਕਾਲੀ ਦਲ ਦਾ ਵਿਰੋਧ ਕੀਤਾ ਸੀ, ਉਦੋਂ ਵੀ ਕਰਦੇ ਸੀ, ਤੇ ਹੁਣ ਅਸੀਂ ਮੌਜੂਦਾ ਸਰਕਾਰ ਨੂੰ ਵੀ ਇਹ ਕਿਹਾ ਵੀ ਜੇ ਤੁਸੀਂ ਸਾਨੂੰ ਇਹਦੇ ਵਿੱਚੋਂ ਡੀਨੋਟੀਫਾਈ ਨਾ ਕੀਤਾ ਤੇ ਅਸੀਂ ਤੁਹਾਡਾ ਵੀ ਵਿਰੋਧ ਕਰਾਂਗੇ। ਜੀ, ਤਾਂ ਵਿਰੋਧ ਕਰਨ ਦੇ ਜੇ ਮਸਲਾ ਹੱਲ ਹੋ ਜਾਂਦਾ ਤਾਂ ਕਾਂਗਰਸ ਨੂੰ ਵੋਟ ਪਾਓਗੇ? ਇਹ ਦੇਖੋ ਇਹਦੇ ਵਿੱਚ ਹੀ ਐਵੇਂ ਆ ਕਿ ਜੇ ਇਹ ਸਾਨੂੰ ਡੀਨੋਟੀਫਾਈ ਵਿੱਚ ਕਰ ਦਿੰਦੇ ਆ ਤੇ ਵੈਲ ਐਂਡ ਗੁੱਡ, ਫਿਰ ਅਸੀਂ ਇਹਨਾਂ ਨੂੰ ਇਹ ਕਿਹਾ ਕਿ ਜਿਹੜਾ ਜਿਸ ਪਾਰਟੀ ਦੇ ਵਿੱਚ ਕੰਮ ਕਰਦਾ ਉਹ ਉਸ ਪਾਰਟੀ ਦੇ ਵਿੱਚ ਕੰਮ ਕਰੂਗਾ। ਅਗਰ ਇਹ ਨਹੀਂ ਸਾਨੂੰ ਕੱਢਦੇ ਤੇ ਫਿਰ ਸਮੁੱਚਾ ਰਾਜਪੂਤ ਭਾਈਚਾਰੇ ਦਾ ਡਟ ਕੇ ਵਿਰੋਧ। ਜੀ, ਬਹੁਤ ਬਹੁਤ ਧੰਨਵਾਦ। ਤਾਂ ਇਹ ਸਨ ਵਿਸ਼ਵ ਦੁਆਬਾ ਸਭਾ ਦੇ ਪੰਜਾਬ ਪ੍ਰਧਾਨ, ਜਿਨ੍ਹਾਂ ਦਾ ਸਾਫ਼ ਤੌਰ ਤੇ ਇਹੀ ਕਹਿਣਾ ਹੈ ਕਿ ਜੇਕਰ ਸਾਨੂੰ ਬੀਸੀ ਕੈਟਾਗਰੀ 'ਚੋਂ ਨਹੀਂ ਕੱਢਿਆ ਜਾਂਦਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਏਗਾ ਤੇ ਪਾਰਟੀਆਂ ਦਾ ਵਿਰੋਧ ਕੀਤਾ ਜਾਏਗਾ, ਕਿਉਂਕਿ ਨਾ ਤਾਂ ਅਕਾਲੀ ਦਲ ਦੀ ਸਰਕਾਰ ਦੇ ਵੱਲੋਂ ਇਹਨਾਂ ਦੀ ਸਾਰ ਲਈ ਗਈ, ਹਾਲਾਂਕਿ ਹੁਣ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹਨਾਂ ਨੂੰ ਵਿਸ਼ਵਾਸ ਦਿਵਾ ਦਿੱਤਾ ਹੈ ਕਿ ਛੇਤੀ ਇਹ ਮਸਲਾ ਹੱਲ ਹੋ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਦੇ ਵੀ ਕਈ ਮੰਤਰੀਆਂ ਨਾਲ ਇਹ ਮੁਲਾਕਾਤ ਕਰ ਚੁੱਕੇ ਨੇ, ਉਹਨਾਂ ਨੇ ਵੀ ਇਹਨਾਂ ਨੂੰ ਇਹੀ ਦਾਅਵਾ ਕੀਤਾ ਹੈ ਕਿ ਛੇਤੀ ਨੋਟੀਫਿਕੇਸ਼ਨ ਰੱਦ ਕਰਵਾ ਦਿੱਤਾ ਜਾਏਗਾ। ਤਾਂ ਹੁਣ ਵੇਖਦੇ ਹਾਂ ਕਿ ਨੋਟੀਫਿਕੇਸ਼ਨ ਕਦੋਂ ਰੱਦ ਹੁੰਦਾ ਹੈ ਜਾਂ ਨਹੀਂ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਕੈਮਰਾਮੈਨ ਮੋਹਨ ਦੇ ਨਾਲ ਚੰਡੀਗੜ੍ਹ ਤੋਂ ਨਵਦੀਪ ਕੌਰ ਦੀ ਰਿਪੋਰਟ, ਹਮਦਰਦ ਟੀਵੀ।